ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਤੇ ਸਵਾਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਜੇ, ਜੋ ਮੇਰੇ ਸਰਵਰੇ ਕਾਇਨਾਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਹੋ ਕੇ ਚੱਲ ਰਹੀ ਲੜੀਵਾਰ ਕਥਾ ਆਪ ਸੰਗਤਾਂ ਸ਼ਰਵਣ ਕਰ ਰਹੇ ਹੋ। ਕੱਲ੍ਹ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਰੁਣਾਮਈ ਮਿਹਰਾਂ ਦੇ ਦਾਤੇ ਸਰਵਰੇ ਕਾਇਨਾਤ ਦੇ ਮਾਲਕ ਸਾਡੇ ਉੱਤੇ ਕਿਰਪਾ ਕਰਕੇ ਗਏ। ਸਾਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਬਿਨ ਤਕੜੀ ਤੋਲੈ ਸੰਸਾਰਾ। ਗੁਰਮੁਖ ਹੋਵੈ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣਿਆ। ਹੋ ਵਾਰੀ ਜਿਉ ਵਾਰੀ, ਹਰ ਕਾ ਨਾਮ ਮਨ ਵਸਾਵਣਿਆ। ਜੋ ਸੱਚ ਲਾਗੇ, ਸੇ ਅਣਦਿਨ ਜਾਗੇ। ਦਰ ਸੱਚਾ ਸੋਭਾ ਪਾਵਣੀ। ਕੱਲ੍ਹ ਆਪਾਂ ਰਹਾਉ ਤੱਕ ਵਿਚਾਰ ਸ਼ਰਵਣ ਕੀਤੀ ਸੀ। ਸੋ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਜੋ ਅੱਗੇ ਅੱਜ ਸਾਨੂੰ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ। ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮਿਹਰਾਂ ਦੇ ਦਾਤੇ ਫੁਰਮਾਨ ਕਰਦੇ, ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਰੂਪ ਹੋ ਜਾਂਦੀਆਂ ਹਨ, ਜਿੰਨੇ ਵੀ ਨਦੀਆਂ ਹਨ, ਨਾਲੇ ਹਨ, ਭਾਵੇਂ ਕੋਈ ਦਰਿਆ ਹੈ, ਜਦੋਂ ਸਮੁੰਦਰ ਵਿੱਚ ਮਿਲ ਜਾਣ ਸਮੁੰਦਰ ਦਾ ਰੂਪ ਹੋ ਜਾਂਦੇ। ਸੋ ਇਸ ਤਰ੍ਹਾਂ ਹੀ ਬ੍ਰਹਮ ਬੇਤੇ ਹੰਤਾ ਨੂੰ ਮੇਟ ਕੇ ਬ੍ਰਹਮ ਸਰੂਪ ਹੋ ਜਾਂਦੇ। ਉਹਨਾਂ ਦੇ ਅੰਦਰ ਆਪ ਹੀ ਸੁਣਦਾ ਹੈ ਅਤੇ ਆਪ ਹੀ ਵੇਖਦਾ ਹੈ, ਆਪ ਹੀ ਸਰੋਤਾ ਹੋ ਕੇ ਸੁਣਨ ਵਾਲਾ ਹੈ, ਆਪ ਸੁਣੈ।
ਵਿਦਵਾਨਾਂ ਦਾ, ਮਹਾਂਪੁਰਖਾਂ ਦਾ ਕਥਨ ਹੈ, ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਦੇ ਇੱਕ ਇੱਕ ਲਫ਼ਜ਼ ਜੇ ਆਪਾਂ ਮਨ ਦੀ ਬਿਰਤੀ ਇਕਾਗਰ ਕਰਕੇ ਸੁਣੀਏ ਨਾ ਤੇ ਸੀਨੇ ਨੂੰ ਚੀਰਦੇ ਜਾਂਦੇ ਆ। ਸਿੱਧੀ ਤੇ ਮੋਟੀ ਪੰਜਾਬੀ ਬੋਲੀ ਵਿੱਚ ਜੋ ਬਹੁਤ ਮਹਿੰਗੇ ਤੇ ਔਖੇ ਅਰਥ ਹਨ ਉਹ ਵੀ ਸੁਖੈਨ ਹੀ ਕਰ ਦਿੰਦੇ ਸਨ। ਗਿਆਨੀ ਮਾਨ ਸਿੰਘ ਜੀ ਝੌਰ, ਉਹਨਾਂ ਦੀਆਂ ਰਿਕਾਰਡਿੰਗਾਂ ਅੱਜ ਵੀ ਆਪਾਂ ਨੈੱਟ 'ਤੇ YouTube 'ਤੇ ਸੁਣਦੇ ਹਾਂ। ਦਾਸ ਉਹਨਾਂ ਨੂੰ ਸੁਣ ਰਿਹਾ ਸੀ। ਇੰਗਲੈਂਡ ਵਿਖੇ ਉਹ ਕਥਾ ਕਰਨ ਗਏ, ਲੰਡਨ ਵਿੱਚ, ਤੇ ਕਥਾ ਕਰਨ ਲੱਗੇ ਤੇ ਸੰਗਤ ਕੋਈ ਇੱਕ ਦੋ ਜੀ ਬੈਠੇ। ਤੇ ਅੱਜ ਵੀ ਬੇਸ਼ੱਕ ਤੁਸੀਂ ਉਹਨਾਂ ਦੀ ਉਹ ਕਥਾ ਕੀਤੀ ਹੋਈ ਰਿਕਾਰਡਿੰਗ ਹੋਈ ਸੁਣ ਸਕਦੇ। ਤੇ ਗਿਆਨੀ ਜੀ ਬੋਲਣ ਲੱਗੇ, ਕਹਿੰਦੇ ਬੰਦਾ ਹੋਵੇ ਭਾਵੇਂ ਇੱਕ ਤੇ ਭਾਵੇਂ ਹੋਵੇ ਦੋ, ਕਥਾ ਦਾ ਰਸ ਜਿਹੜਾ ਉਹਨਾਂ ਹੀ ਆਉਣਾ ਚਾਹੀਦਾ ਹੈ। ਕਿ ਅੱਜ ਦੇ ਕਈ ਵਿਦਵਾਨ ਕਹਿੰਦੇ ਆ ਕਿ ਪਹਿਲਾਂ ਤੁਸੀਂ ਦੱਸੋ ਕਿੰਨੇ ਪੋਸਟਰ ਲਾਓਗੇ, ਕਿੰਨੇ ਕਿੱਲਿਆਂ 'ਚ ਤੁਹਾਡਾ ਪੰਡਾਲ ਹੋਊਗਾ, ਕਿੰਨੀਆਂ ਤੁਸੀਂ ਬੱਸਾਂ ਲਾਓਗੇ ਸੰਗਤਾਂ ਨੂੰ ਲਿਆਉਣ ਵਾਸਤੇ। ਅਸੀਂ ਕਥਾ ਕਰਨ ਜਾਈਏ ਤਾਂ ਅੱਗੇ ਸੰਗਤ ਦਾ ਇੱਕ ਦੋ ਜੀ ਬੈਠਿਆ ਹੋਵੇ, ਸਾਡੀ ਹੱਦਕ ਹੋਏਗੀ। ਅੱਜ ਦੇ ਵਿਦਵਾਨ ਜਿਹੜੇ ਕਈ ਹੈ, ਦਾਸ ਨੇ ਇੱਕ ਨੂੰ ਫੋਨ ਕੀਤਾ, ਬੜਾ TV ਦੇ ਵਿੱਚ ਕਥਾ ਕਰਨ ਹੁੰਦਾ। ਉਹਦੇ ਚੇਲੇ ਨੇ ਫੋਨ ਚੁੱਕਿਆ। ਮੈਂ ਆਖਿਆ ਜੀ ਗਿਆਨੀ ਜੀ ਨੂੰ ਕਿਉਂ ਵਿਦਿਆਲਿਆ ਗੁਰਬਾਣੀ ਗੁਰਦੁਆਰਾ ਗੁਰੂ ਸਰਨ ਸਾਹਿਬ ਗੁਰੂ ਅਮਰਦਾਸ ਭੇਵਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਵਿਖੇ 20ਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 1 ਦਸੰਬਰ 1980 ਨੂੰ ਨੀਂਹ ਪੱਥਰ ਰੱਖਿਆ ਸਥਾਨ ਦਾ। ਤਾਂ ਅਸੀਂ ਦਸੰਬਰ ਦੇ ਵਿੱਚ ਸਮਾਗਮ ਕਰਦੇ ਹਾਂ ਤੇ ਆਪ ਜੀ ਦਰਸ਼ਨ ਦਿਦਾਰੇ ਦਿਓ। ਉਹੜਾ ਉਹਨਾਂ ਦਾ ਚੇਲਾ ਸੀ, ਬੋਲਿਆ, ਕਹਿੰਦਾ ਪਹਿਲਾਂ ਦੱਸੋ ਕਿੰਨੀਆਂ ਫਲੈਕਸਾਂ ਲਾਈਆਂ, ਪੰਡਾਲ ਕਿੰਨੇ ਕਿੱਲਿਆਂ ਦੇ ਵਿੱਚ ਲੱਗਾ। ਮੈਂ ਕਿਹਾ ਜੀ ਪੰਡਾਲ ਦੇ ਜਿੰਨਾ ਕਿ ਗੁਰੂ ਨੇ ਬਖਸ਼ਿਆ ਉਹਨਾਂ ਕੀ, ਭਲਾ ਸੰਗਤ ਵਾਧੂ ਆ ਜਾਂਦੀ ਹੈ। ਤੇ ਕਿੱਡਾ ਕੁ ਤੁਸੀਂ ਇੰਤਜ਼ਾਮ ਕੀਤਾ ਸੰਗਤਾਂ ਨੂੰ ਲਿਆਉਣ ਦਾ। ਦਾਸ ਸੁਣ ਕੇ ਹੈਰਾਨ ਹੋ ਗਿਆ। ਦਾਸ ਦੇ ਮੂੰਹ 'ਚੋਂ ਬਦੋ ਬਦੀਏ ਵਿਚਨ ਨਿਕਲਣ ਕਿ ਆਪ ਜੀ ਨੇ ਕਥਾ ਕਰਨ ਆਉਣਾ ਹੈ ਕਿ ਨੁਮਾਇਸ਼ ਕਰਨ ਆਉਣਾ। ਬੜਾ ਦਿਲ ਦੁਖਿਆ। ਮੈਂ TV 'ਤੇ ਕੁਝ ਹੋਰ ਸੁਣਾਉਂਦੇ ਹੈ ਤੇ ਗੱਲਾਂ ਕੁਝ ਹੋਰ। ਅੱਜ ਦੇ ਵਿਦਵਾਨ ਕਈ ਐਸੇ ਹੈ ਕਿ ਸੰਗਤ ਹੋਵੇ ਅਸੀਂ ਤਾਂ ਕਥਾ ਕਰ ਸਕਦੇ ਹਾਂ। ਬਾਬਾ ਨਾਨਕ ਜੰਗਲਾਂ 'ਚ ਬਹਿ ਜਾਂਦਾ। ਬਾਬਾ ਨਾਨਕ ਜੰਗਲਾਂ 'ਚ ਬਹਿ ਕੇ ਕਹਿੰਦਾ, ਰਬਾਬ ਮਰਦਾਨਿਆ ਛੇੜ ਰਬਾਬ, ਮਰਦਾਨਿਆ ਰਬਾਬ ਛੇੜ, ਛੇੜ ਮਰਦਾਨਿਆ ਰਬਾਬ ਵਾਲੀ ਤਾਰ ਨੂੰ, ਕਰ ਲਈਏ ਰੋਜ਼ ਵਾਂਗ ਯਾਦ ਕਰ ਤਾਰ ਨੂੰ। ਛੇੜ ਮਰਦਾਨਿਆ ਰਬਾਬ। ਸ਼ਾਇਦ ਐਸੀ ਜਗ੍ਹਾ ਵੀ ਸੀ ਜਿੱਥੇ ਬਾਬਾ ਨਾਨਕ ਜਦੋਂ ਸ਼ਬਦ ਗਾਇਨ ਕਰਦਾ ਸੀ ਨਾ, ਲਾਗੇ ਕੋਈ ਸਰੋਤਾ ਨਹੀਂ ਸੀ ਹੁੰਦਾ। ਜੜ ਵੱਤ ਦਰਖਤ ਜ਼ਰੂਰ ਸਨ, ਜੰਗਲ ਸੀ। ਪਸ਼ੂ ਪੰਛੀ ਕੀਟ ਪਤੰਗੇ ਸੂਖਸ਼ਮ ਜੀਵ ਜਿਹੜੇ ਸਨ ਨਾ ਦਿਸਣ ਵਾਲੇ ਉਹ ਜ਼ਰੂਰ ਸਨ, ਪਰ ਹੋਰ ਕੋਈ ਵੀ ਨਹੀਂ ਸੀ। ਸੋ ਇਸ ਕਰਕੇ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨਿਆਂ ਛੇੜ, ਮਰਦਾਨਿਆਂ ਰਬਾਬ ਦੀ ਤਾਰ ਨੂੰ ਛੇੜ ਲੈ, ਛੇੜ ਮਰਦਾਨਿਆਂ ਰਬਾਬ ਵਾਲੀ ਤਾਰ ਨੂੰ, ਕਰ ਲਈਏ ਰੋਜ਼ ਵਾਂਗ ਯਾਦ ਕਰਤਾਰਨ। ਬਾਬਾ ਨਾਨਕ ਇਹ ਨਹੀਂ ਕਹਿੰਦਾ ਬਹੁਤੀ ਸੰਗਤ ਹੋਏਗੀ ਤਾਂ ਹੀ ਕਥਾ ਕਰਨੀ ਹੈ, ਤਾਂ ਹੀ ਕੀਰਤਨ ਕਰਨਾ, ਨਹੀਂ। ਮਰਦਾਨਿਆਂ ਵੇਖ ਸਾਰੇ ਦੇਵੀ ਦੇਵਤੇ ਹੱਥ ਜੋੜ ਕੇ ਖਲੋਤੇ ਹੈ ਕੀਰਤਨ ਸੁਣਨ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇੱਕ ਸੁਰ ਸੁਣਨ ਵਾਸਤੇ, ਇੱਕ ਸ਼ਬਦ ਸੁਣਨ ਵਾਸਤੇ, ਇੱਕ ਬੋਲ ਸੁਣਨ ਵਾਸਤੇ ਸਾਰੀ ਕਾਇਨਾਤ ਹੱਥ ਜੋੜ ਕੇ ਖਲੋਤੀ ਹੁੰਦੀ ਸੀ। ਮਹਾਰਾਜ ਜੀ ਕਿਹੜਾ ਸ਼ਬਦ ਗਾਇਨ ਕਰਨਗੇ? ਆਪ ਨਾਰਾਇਣ ਕਲਾਤਾ। ਮਹਾਰਾਜ ਆਪ ਹੀ ਗਾਉਣ ਵਾਲੇ ਹਨ ਤੇ ਆਪ ਹੀ ਸੁਣਨ ਵਾਲੇ ਹਨ, ਸਰੋਤੇ ਵੀ ਆਪ ਹੀ ਹਨ। ਤੇ ਗੁਰੂ ਦੇ ਪਿਆਰਿਓ ਗਿਆਨੀ ਮਾਨ ਸਿੰਘ ਝੋਰ ਜੀ ਕਹਿੰਦੇ ਕਥਾ ਉਹ ਰੋ ਦੇ ਵਿੱਚ ਕਰਨੀ ਹੈ, ਉਸੇ ਰੰਗ ਵਿੱਚ ਕਰਨੀ ਹੈ। ਸੰਗਤ ਬਹੁਤੀ ਹੋਵੇ ਜਾਂ ਘੱਟ ਹੋਵੇ ਜਾਂ ਕੋਈ ਹੋਵੇ ਜਾਂ ਨਾ ਹੋਵੇ, ਪਰ ਸਾਨੂੰ ਇੰਨਾ ਪਤਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਪ੍ਰਕਾਸ਼ ਹਨ ਨਾ, ਪ੍ਰਕਾਸ਼, ਉੱਥੇ 33 ਕਰੋੜ ਦੇਵਤਾ, 9 ਕਰੋੜ ਦੇਵੀਆਂ, ਜਿੰਨੀ ਕਾਇਨਾਤ ਪਰਮੇਸ਼ਰ ਨੇ ਰਚੀ ਹੈ ਨਾ, ਜਿੰਨੀਆਂ ਵੀ ਸ਼ਕਤੀਆਂ ਹਨ, ਸਾਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਖਲੋਤੀਆਂ ਕਥਾ ਸੁਣ ਰਹੀਆਂ ਨੇ। ਪਰ ਇਹ ਉਹਨਾਂ ਨੂੰ ਦੇਖਦੀਆਂ ਜਿਨ੍ਹਾਂ ਦੇ ਅੱਖਾਂ ਨੇ, ਅੰਨਿਆਂ ਵਾਸਤੇ ਨਹੀਂ। ਮਰ ਕਹਿੰਦੇ ਅੰਨਿਆਂ ਵਾਸਤੇ ਨਹੀਂ। ਅੰਨਿਆਂ ਵਾਸਤੇ ਨਹੀਂ ਆਏ, ਇਹ ਜਿਹੜੇ ਸੁਜਾਖੇ ਆ ਉਹਨਾਂ ਵਾਸਤੇ ਹੈ, ਜਿਨ੍ਹਾਂ ਨੂੰ ਗੁਰੂ ਦਾ ਪ੍ਰੇਮ ਹੈ, ਗੁਰੂ ਦਾ ਭਉ ਹੈ। ਜਿਨ੍ਹਾਂ ਉੱਤੇ ਗੁਰੂ ਦੀ ਮਿਹਰ ਹੈ। ਸੋ ਗੁਰਮੁਖ ਪਿਆਰਿਓ, ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਿਹਰਾਂ ਦੇ ਦਾਤੇ ਦੇ ਅੱਗੇ ਅਰਦਾਸ ਕਰਿਆ ਕਰੀ, ਮਹਾਰਾਜ ਸਾਡੇ ਤੇ ਕਿਰਪਾ ਕਰਦੇ, ਸਾਨੂੰ ਵੀ ਔਖਾਂ ਦੇ ਦੇ। ਮਹਾਰਾਜ ਕਹਿੰਦੇ ਅੰਧੇ ਜਿਹੜੇ ਹਨ ਨਾ, ਅੰਧੇ ਇਹ ਨਾ ਆਖੀਏ ਨੇ ਜਿਨ ਮੁਖ ਲੋਇਨ ਨਾਹੇ, ਉਹਨਾਂ ਨੂੰ ਉਹਨੇ ਨਾ ਸਮਝ ਲਿਓ ਕਿ ਜਿਨ੍ਹਾਂ ਦੇ ਅੱਖਾਂ ਨਹੀਂ ਗਈਆਂ। ਅੰਧੇ ਇਹ ਨਾ ਆਖੀਆਂ ਨੇ ਜਿਨ ਮੁਖ ਲੋਇਨ ਨਾਹੇ, ਜਿਨ੍ਹਾਂ ਦੇ ਮੁਖ 'ਤੇ ਅੱਖਾਂ ਨਹੀਂ, ਜਿਹੜੀਆਂ ਸੰਸਾਰਿਕ ਅੱਖਾਂ ਨੇ। ਤੁਸੀਂ ਅੰਨੇ ਉਹਨਾਂ ਨੂੰ ਗਿਣਦੇ ਜੇ ਤੇ ਸਤਿਗੁਰੂ ਮਾਰੀ ਫਿਰ ਅੰਨੇ ਕਹੀਏ ਤੇ ਕਹੀਏ ਕਿਨੂੰ? ਮੇਰੇ ਮਾਲਕਾ ਮੈਨੂੰ ਇਹ ਦੱਸ ਦੇ, ਅੰਨੇ ਹੈ ਕਿਹੜੇ ਆ? ਤੇ ਸੱਚੇ ਪਾਤਸ਼ਾਹ ਗੁਰੂ ਗਰੀਬ ਨੂੰ ਕਹਿੰਦੇ ਅੰਧੇ ਸੇ ਨਾਨਕਾ ਖਸਮਹੁ ਕੁੱਥੇ ਜਾਹੇ। ਅੰਨੇ ਉਹ ਨੇ ਜਿਹੜੇ ਪਰਮੇਸ਼ਰ ਤੋਂ ਵਿਸਰੇ ਹੋਏ ਨੇ। ਅੰਧੇ ਕਹਿ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ। ਕਹਿੰਦੇ ਤੇ ਇਹੋ ਜਿਹੀ ਗੱਲ ਹੈ, ਜਿਸ ਤਰ੍ਹਾਂ ਇੱਕ ਭੇਡ ਖੂਹ ਦੇ ਵਿੱਚ ਛਾਲ ਮਾਰਦੀ ਹੈ ਨਾ, ਤੇ ਦੂਜੀ ਵੀ ਨਾਲ, ਤੀਜੀ ਵੀ ਨਾਲ, ਚੌਥੀ ਵੀ ਨਾਲ, ਪੰਜਵੀਂ ਨਾਲ, ਸਾਰੇ ਉਹ ਖੂਹ 'ਚ ਡਿੱਗੀ ਜਾਣਗੇ। ਅੱਖੀਆਂ ਹੁੰਦੀਆਂ ਹੋਇਆਂ ਵੀ ਉਹ ਖੂਹ 'ਚ ਡਿੱਗੀ ਜਾਣਗੇ। ਸੋ ਕਿਉਂ ਮਹਾਰਾਜੇ ਕਿਉਂ? ਮਰ ਕਹਿੰਦੇ ਹੋਏ ਸੁਜਾਖਾ ਨਾਨਕਾ ਸੋ ਕਿਉ ਉੱਜੜ ਪਾਏ। ਜੇ ਨਾਮ ਦੀਆਂ ਗਿਆਨ ਦੀਆਂ ਅੱਖਾਂ ਹੁੰਦੀਆਂ ਤੇ ਦੂਜੀ ਨੇ ਕਹਿਣਾ ਭੈਣਾ ਇਹ ਤੇ ਡਿੱਗ ਗਈ ਆ, ਆਪਾਂ ਕਿਉਂ ਡਿੱਗੀਏ ਖੂਹ ਦੇ ਵਿੱਚ? ਇਸੇ ਕਰਕੇ ਸਤਿਗੁਰੂ ਮਹਾਰਾਜ ਗੁਰੂ ਗਰੀਬ ਨਵਾਜ ਜੀ ਨੇ ਬਚਨ ਕੀਤਾ ਹੈ, ਅੰਧੇ ਇਹ ਨਾ ਆਖੀਆਂ, ਇਹਨਾਂ ਨੂੰ ਅੰਨਿਆਂ ਨਾ ਆਖੋ ਜਿਨ੍ਹਾਂ ਦੀਆਂ ਅੱਖਾਂ ਨਹੀਂ ਗਈਆਂ। ਜਿਨ ਮੁਖ ਲੋਇਨ ਨਾਹੇ, ਅੰਧੇ ਸੇ ਨਾਨਕਾ ਖਸਮਹੁ ਕੁੱਥੇ ਜਾਹੇ। ਜਿਹਨਾਂ ਨੇ ਰੱਬ ਨੂੰ ਵਿਸਾਰ ਦਿੱਤਾ,
ਗੁਰੂ ਨੂੰ ਵਿਸਾਰ ਦਿੱਤਾ। ਸੋ ਸੱਚੇ ਪਾਤਸ਼ਾਹ ਦੀਆਂ ਅੱਖਾਂ ਨਾਲ ਕਿਤੇ ਵੇਖੋ, ਤੁਹਾਨੂੰ ਗੁਰੂ ਕੇ ਦਰਬਾਰ ਵਿਖੇ ਕਿੰਨੇ ਸ਼ਹੀਦ ਨਜ਼ਰ ਆਉਣਗੇ। ਤੁਹਾਨੂੰ ਗੁਰੂ ਕੇ ਦਰਬਾਰ ਵਿੱਚ ਕਿੰਨੇ ਦੇਵਤੇ ਨਜ਼ਰ ਆਉਣਗੇ। ਐਸੀਆਂ ਪਵਿੱਤਰ ਰੂਹਾਂ ਨਜ਼ਰ ਆਉਣਗੀਆਂ ਜਿਹੜੀਆਂ ਗੁਰਬਾਣੀ ਦੇ ਸ਼ਬਦ ਸੁਣ ਰਹੀਆਂ ਨੇ, ਗੁਰਬਾਣੀ ਦੇ ਸ਼ਬਦ ਨਾਲ ਜੁੜ ਰਹੀਆਂ ਨੇ। ਭਲੇ ਕਿਹਦੇ ਆਸਰੇ? ਆਪ ਸੁਣੈ। ਮਹਾਰਾਜ ਆਪੇ ਸਰੋਤੇ ਬਣ ਕੇ ਸੁਣ ਰਹੇ ਹਨ। ਬੇਸ਼ੱਕ ਕੋਈ ਸੰਗਤ ਕਵੇ ਹੈ ਹੀ ਕੋਈ ਨਹੀਂ, ਕਥਾ ਗਿਆਨੀ ਕੱਲਾ ਕਰੀ ਜਾਂਦਾ, ਬਾਣੀ ਕੱਲਾ ਹੀ ਪੜ੍ਹੀ ਜਾਂਦਾ, ਕੋਈ ਬਾਣੀ ਸੁਣਨ ਵਾਲਾ ਹੈ ਹੀ ਨਹੀਂ। ਉਹ ਪਿਆਰਿਆ, ਤੈਨੂੰ ਕੀ ਪਤਾ? ਜਦ ਮੇਰੇ ਸਰਵਰੇ ਕਾਇਨਾਤ ਦੇ ਮਾਲਕ ਇੱਕ ਬਾਦਸ਼ਾਹ ਹੋਵੇ ਨਾ, ਬਾਦਸ਼ਾਹ, ਆਪਾਂ ਇੱਕ ਆਪਣੇ ਇਸ ਭਾਰਤ ਖੰਡ ਦੀ ਗੱਲ ਲਾ ਲਈਏ, ਇੱਥੋਂ ਦਾ ਪ੍ਰਧਾਨ ਮੰਤਰੀ, ਉਹਦੇ ਅੱਗੇ ਗੱਡੀਆਂ, ਪਿੱਛੇ ਗੱਡੀਆਂ, ਇੱਧਰ ਸਿਕਿਉਰਿਟੀ, ਉੱਧਰ ਸਿਕਿਉਰਿਟੀ। ਇਹ ਤਾਂ ਝੂਠਾ ਪ੍ਰਧਾਨ ਮੰਤਰੀ ਆ ਨਾ, ਕਿੰਨੀ ਸਿਕਿਉਰਿਟੀ ਇਹਦੇ ਅੱਗੇ ਪਿੱਛੇ। ਪਰ ਮੇਰੇ ਸਰਵਰੇ ਕਾਇਨਾਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਰਥਾਏ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲਾ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਸੋ ਗੁਰਮੁਖ ਪਿਆਰੇ, ਕਰੋੜਾਂ ਬ੍ਰਹਮੰਡਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਕਿੰਨੇ ਸ਼ਹੀਦ ਸਿੰਘ ਹੋਣਗੇ। ਪਹਿਰਾ ਸ਼ਹੀਦਾਂ ਦਾ ਪਲ ਇਹ ਉਹ ਵੇਖ ਸਕਦੇ ਜਿਨ੍ਹਾਂ ਦੀਆਂ ਗੁਰੂ ਨੇ ਅੱਖਾਂ, ਅੰਤਰੀਵ ਅੱਖਾਂ ਬਖਸ਼ੀਆਂ। ਸੰਸਾਰਿਕ ਅੱਖਾਂ ਤੇ ਜੋ ਸੰਸਾਰ 'ਚ ਵਿਖਾਇਆ ਜਾਏਗਾ ਉਹ ਵੇਖਣੀ, ਜੋ ਬਾਜੀਗਰ ਵਿਖਾਏਗਾ ਉਹਨੇ ਉਹ ਵੇਖਣਾ, ਉਹਦੀ ਚਲਾਕੀ ਥੋੜ੍ਹੀ ਵੇਖਣੀ ਹੈ। ਸੋ ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਆਪ ਹੀ ਸਰੋਤੇ ਹਨ, ਆਪ ਹੀ ਸੁਣਦੇ ਹਨ, ਆਪ ਮਹਾਰਾਜ ਸੁਣਦੇ ਹਨ ਤੇ ਆਪ ਹੀ ਵੇਖਦੇ ਹਨ। ਆਪੇ ਵੇਖਿਆ ਮਹਾਰਾਜ, ਆਪ ਹੀ ਵੇਖ ਰਹੇ ਹਨ, ਆਪਣੇ ਭਗਤਾਂ ਨੂੰ ਆਪ ਪ੍ਰਗਟ ਕਰਕੇ ਵੇਖ ਰਹੇ ਹਨ। ਆਪ ਹੀ ਸਰੋਤਾ ਹੋ ਕੇ ਸੁਣਨ ਵਾਲਾ ਜਗਿਆਸੂ ਹੈ, ਆਪ ਹੀ ਨਜ਼ਰ ਕਰਕੇ ਸਰੋਤਿਆਂ ਨੂੰ ਦੇਖਣ ਵਾਲਾ, ਭਾਵ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਕਰਨ ਵਾਲਾ ਵੀ ਵਾਹਿਗੁਰੂ ਆਪ ਹੀ ਹੈ। ਆਪਣੇ ਜਸ ਨੂੰ ਆਪ ਹੀ ਸੁਣ ਰਿਹਾ ਹੈ, ਆਪ ਹੀ ਦ੍ਰਿਸ਼ਟਾ ਰੂਪ ਹੋ ਕੇ ਵੇਖ ਰਿਹਾ ਹੈ। ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਵਾਹਿਗੁਰੂ ਕਰਦਾ ਹੈ, ਉਹੀ ਪੁਰਖ ਪਰਮੇਸ਼ਰ ਨੂੰ ਜਾਣ ਕਰਕੇ ਲੇਖੇ 'ਚ ਪੈਂਦੇ ਹਨ, ਪ੍ਰਵਾਨ ਹੁੰਦੇ ਹਨ। ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ, ਉਹਨਾਂ ਦਾ ਹੀ ਬੇੜਾ ਪਾਰ ਹੁੰਦਾ ਹੈ। ਉਹਨਾਂ ਨੂੰ ਉੱਤਮ ਅਧਿਕਾਰੀ ਜਾਣ ਕੇ, ਉਹਨਾਂ ਨੂੰ ਆਤਮ ਪ੍ਰਮਾਤਮ ਰੂਪ ਹੋ ਕੇ ਆਪਣੇ ਨਿਜ ਸਰੂਪ ਵਿੱਚ ਲਾ ਲੈਂਦੇ ਹਨ ਤੇ ਉਹ ਆਪਣੇ ਨਿਜ ਸਰੂਪ ਵਿੱਚ ਲੱਗ ਭਾਵ ਜੁੜ ਕੇ ਉਹ ਗੁਰਮੁਖ ਜਨ ਸੱਚੇ ਨਾਮ ਨੂੰ ਕਮਾਉਣਾ ਕਰਦੇ ਹਨ। ਆਪੇ ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾਵਣਿਆ। ਜਿਹੜੇ ਗੁਰੂ ਦੇ ਪਿਆਰੇ ਹਨ, ਫਿਰ ਸੱਚ ਨੂੰ ਕਿਹੜਾ ਸੱਚ ਹੈ? ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਹੋਰ ਗੱਲ ਪਿਆਰਿਓ, ਦਾਸ ਕਿਸੇ ਦੀ ਨਿੰਦਿਆ ਨਹੀਂ ਕਰਦਾ, ਪਰ ਬਾਣੀ ਦੇ ਆਧਾਰ 'ਤੇ ਗੱਲ ਕਰੇਗਾ। ਮੇਰੇ ਸਰਵਰੇ ਕਾਇਨਾਤ ਦੇ ਮਾਲਕ ਕਹਿੰਦੇ ਬਾਣੀ ਪੜ੍ਹਨੀ ਨਾ ਪਿਆਰਿਆ, ਪਤਾ ਕਿਸ ਤਰ੍ਹਾਂ ਪੜ੍ਹੀ? ਸਿਮਰਨ ਕਰਨਾ ਹੀ ਨਾ ਪਿਆਰਿਆ, ਪਤਾ ਕਿਸ ਤਰ੍ਹਾਂ ਕਰੀ? ਇੱਕ ਥੋੜ੍ਹਾ ਦਾਸ ਇੱਕ ਬਚਨ ਕਹਿਣ ਤੋਂ ਪਹਿਲਾਂ ਥੋੜ੍ਹਾ ਲਹਿਦਾ ਹੋ ਕੇ ਸੰਸਾਰਿਕ ਗੱਲ ਕਰੇ।
ਡਾਕਟਰ ਕੋ ਚਲੇ ਜਾਈਏ, ਕਈ ਡਾਕਟਰ ਸਾਹਿਬ ਜੀ ਢਿੱਡ ਬੜਾ ਪੀੜ ਹੁੰਦਾ, ਡਾਕਟਰ ਸਾਹਿਬ ਜੀ ਛਾਤੀ ਤੇ ਨਾ ਜਲਣ ਜੀ ਪੈਦਾ ਹੁੰਦੀ ਰਹਿੰਦੀ, ਜਲਣ ਜੀ, ਛਾਤੀ ਛੜੂ ਛੜੂ ਕਰਦੀ ਆ, ਛਾਤੀ ਦੇ ਵਿੱਚੋਂ ਖੱਟੇ ਡਕਾਰਾਂ ਦੀ ਹਵਾੜ ਜੀ ਹੁੰਦੀ, ਗੰਦੀ ਜੀ। ਡਾਕਟਰ ਸਾਹਿਬ ਕੋ ਖਾਣ ਨੂੰ ਦਿਲ ਨਹੀਂ ਕਰਦਾ, ਸਭ ਕੋ ਘਾਉਂ ਮਾਊਂ ਜਾ ਹੋਇਆ ਬੈਠਾ, ਕਰੀਏ ਕੀ। ਡਾਕਟਰ ਨੇ ਲਾ ਲਿਆ ਹਿਸਾਬ, ਕਿਤੇ ਅੰਦਰ ਤੇਜ਼ਾਬ ਬਣ ਗਿਆ, ਤੇਜ਼ਾਬ। ਡਾਕਟਰ ਕੋ ਜਾ ਕੇ ਕਹਿੰਦੇ ਨਾ ਕਿ ਡਾਕਟਰ ਸਾਹਿਬ ਕੋ ਚੰਗਾ ਨਹੀਂ ਲੱਗਦਾ, ਬਦ ਹਜਮੀ ਹੋ ਗਈ, ਬਦ ਹਜਮੀ ਹੋ ਗਈ। ਡਾਕਟਰ ਕੋ ਜਾ ਕੇ ਇਹ ਗੱਲ ਕਹਿਣੀ, ਡਾਕਟਰ ਸਾਹਿਬ ਕੋਈ ਆਨੰਦ ਨਹੀਂ, ਕੁਝ ਨਹੀਂ ਚੰਗਾ ਲੱਗਦਾ। ਫਿਰ ਡਾਕਟਰ ਵੇਖਵਾ ਕੇ ਉਹਨੂੰ ਦਵਾਈ ਬੂਟੀ ਦਿੰਦਾ, ਉਹਨੂੰ ਕਹਿੰਦਾ ਭਾਈ ਪਿਆਰਿਆ ਤੂੰ ਆਹ ਚੀਜ਼ ਨਹੀਂ ਖਾਣੀ ਸੀ, ਆਹ ਖਾਣੀ ਸੀ ਤਾਂ ਗੱਲ ਬਣਨੀ ਸੀ। ਤੇਰੇ ਅੰਦਰ ਹੋ ਗਈ ਬਦ ਹਜਮੀ, ਤੇਰੇ ਅੰਦਰ ਹੋ ਗਿਆ ਤੇਜ਼ਾਬ ਪੈਦਾ, ਇਸ ਕਰਕੇ ਇਹ ਗੱਲ ਬਣੀ। ਤੇ ਪਿਆਰਿਓ ਜਿਹੜੇ ਗੁਰਮੁਖ ਜਨ ਹਨ ਨਾ, ਗੁਰਮੁਖ ਜਨ, ਇਹ ਤਾਂ ਹੋ ਗਈ ਇੱਕ ਸਰੀਰ ਦੀ ਗੱਲ। ਡਾਕਟਰ ਜਾਣ ਲੈਂਦਾ, ਡਾਕਟਰ ਕੋ ਜਾਣੇ ਆ, ਡਾਕਟਰ ਸਾਡੀ ਬਦ ਹਜਮੀ ਨੂੰ ਦੂਰ ਕਰਨ ਵਾਸਤੇ ਦਵਾਈ ਵੀ ਦਿੰਦਾ, ਤੇ ਸਾਡੇ ਵੀ ਸਰੀਰ ਵਿੱਚ ਬਦ ਹਜਮੀ ਪੈਦਾ ਹੋਈ ਹੈ। ਆਤਮਕ ਨੂੰ ਸ਼ਾਂਤ ਕਰਨ ਵਾਸਤੇ ਫਿਰ ਗੁਰਮੁਖ ਜਨ ਸੱਚ ਕਮਾਵਣਿਆ, ਉਹ ਬਦ ਹਜਮੀ ਨੂੰ ਦੂਰ ਕਰਨ ਵਾਸਤੇ ਸੱਚ ਕਿਹੜਾ ਹੈ? ਸਤਨਾਮ ਵਾਹਿਗੁਰੂ। ਉਹ ਸੱਚ ਦੇ ਲੜ ਲੱਗਦੇ। ਜਿਸ ਤਰ੍ਹਾਂ ਡਾਕਟਰ ਜਾਣ ਲੈਂਦਾ ਨਾ ਕਿ ਇਹਦੀ ਬਦ ਹਜਮੀ ਹੋਈ ਹੈ, ਤਾਂ ਕਰਕੇ ਖੱਟੇ ਡਕਾਰ ਆਉਂਦੇ ਆ ਇਹਦੇ ਅੰਦਰੋਂ, ਤਾਂ ਗੰਦੀ ਹਵਾ ਆਉਂਦੀ ਹੈ। ਹੁਣ ਸਤਿਗੁਰੂ ਮਹਾਰਾਜ ਜੀ ਨੇ ਵੀ ਜਾਣ ਲਿਆ ਕਿ ਭਾਈ ਇਹਦਾ ਜਿਹੜਾ ਅੰਦਰ ਦਾ ਜਿਹੜਾ ਨਾ ਉਹ ਖਰਾਬ ਹੋ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀ ਗਰਸ ਗਿਆ, ਇਸ ਕਰਕੇ ਇਹਨੂੰ ਨਾਮ ਨਹੀਂ ਫੁਰਦਾ। ਨਾਮ ਮਾੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ, ਕੜਵੇ ਕੋ ਕਹੈ ਮਿੱਠਾ, ਮਿੱਠੇ ਕੋ ਕੌੜਾ, ਰਾਤੇ ਕੀ ਨਿੰਦਾ ਕਰੈ ਸਾਕਲ ਮੈਂ ਡੀਠਾ। ਮਹਾਂਪੁਰਖਾਂ ਨੂੰ ਤਾਂ ਕਹਿੰਦਾ ਬੜੇ ਮਾੜੇ ਆ, ਤੇ ਮਾੜੀ ਚੀਜ਼ ਸ਼ਰਾਬ ਨੂੰ ਕਹਿੰਦਾ ਬੜੀ ਮਿੱਠੀ ਆ, ਇਹਦੇ ਵਰਗੀ ਦੀ ਕੋਈ ਚੀਜ਼ ਹੀ ਨਹੀਂ ਨਾ। ਕਹਿੰਦੇ ਆ ਕਿ ਫੀਮ ਜਿਹੜੀ ਹੈ ਨਾ ਬਹੁਤ ਜ਼ਿਆਦਾ ਕੌੜੀ ਆ, ਦਵਾਈ 'ਚ ਪੈ ਜੇ ਤੇ ਉਹ ਅਸਰ ਸਹੀ ਕਰਦੀ ਦਵਾਈ ਰੂਪ 'ਤੇ। ਆ ਜਿੰਨੀਆਂ ਦਵਾਈਆਂ ਉਹਦੇ ਪਾਉਂਦੇ ਆ, ਪਰ ਕਈ ਬੰਦੇ ਗੋਲਾ ਵੱਟ ਕੇ ਢਿੱਡ 'ਚ ਸੁੱਟ ਲੈਂਦੇ ਆ, ਐ ਜ਼ਹਿਰ ਵਰਗੀ ਹੁੰਦੀ ਦੱਸਦੇ ਆ, ਵੀ ਕਹਿੰਦੇ ਕੌੜੀ ਬਹੁਤ ਹੁੰਦੀ ਆ, ਪਰ ਉਹ ਖਾ ਜਾਂਦੇ ਆ, ਉਹਨਾਂ ਨੂੰ ਉਹ ਚੰਗੀ ਲੱਗਦੀ। ਜੇ ਉਹਨਾਂ ਨੂੰ ਕਹੋ ਭਾਈ ਆਓ ਨਾਮ ਜਪ ਲਓ, ਕਹਿਣਗੇ ਟਾਈਮ ਨਹੀਂ ਹੈਗਾ, ਸਾਡੇ ਕੋਲ ਟਾਈਮ ਨਹੀਂ ਹੈਗਾ। ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਮਾੜੇ ਕੰਮ ਕਰਨ ਵਾਸਤੇ ਬੜੀ ਛੇਤੀ ਖੜਾ ਹੋ ਜਾਂਦਾ ਬੰਦਾ, ਤੇ ਚੰਗੇ ਕੰਮ ਕਰਨ ਵਾਸਤੇ ਆਲਸੀ ਬਣ ਜਾਂਦਾ, ਆਲਸੀ ਦਲਿੱਦਰੀ। ਤੇ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਹਨ ਨਾ, ਗੁਰਮੁਖ ਆਪੇ ਲਾਏ ਲਏ ਸੋ ਲਾਗੈ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ, ਗੁਰੂ ਨੇ ਆਪਣੇ ਲੜ ਲਾ ਲਿਆ। ਗੁਰਮੁਖ ਸੱਚ ਕਮਾਵਣਿਆ, ਉਹਨਾਂ ਗੁਰਮੁਖਾਂ ਨੇ ਸੱਚ ਨੂੰ ਕਮਾਉਣਾ ਕੀਤਾ ਹੈ। ਤੋ ਉੱਠੇ ਪਹਿਰੀ ਸਤਨਾਮ ਵਾਹਿਗੁਰੂ ਦਾ। ਡਾਕਟਰ ਬਦ ਹਜਮੀ ਨੂੰ ਜਾਣ ਲੈਂਦਾ ਨਾ, ਇਸ ਤਰ੍ਹਾਂ ਮੇਰਾ ਗੁਰੂ ਵੀ ਸਾਡੇ ਅੰਦਰੋਂ
ਜਿਹੜੀਆਂ ਬਦ ਹਜਮੀਆਂ ਨੇ ਵਿਕਾਰਾਂ ਦੀਆਂ ਉਹ ਕੱਢ ਦਿੰਦਾ ਹੈ। ਸੋ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਿਹਰਾਂ ਦੇ ਦਾਤੇ, ਸਰਵਰੇ ਕਾਇਨਾਤ ਦੇ ਮਾਲਕ, ਕਹਿੰਦੇ ਜਿਸ ਆਪ ਭੁਲਾਏ, ਜੀਵ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਜਿਸ ਨੂੰ ਪਰਮੇਸ਼ਰ ਆਪਣੇ ਵੱਲੋਂ ਭੁਲਾ ਦਿੰਦਾ ਹੈ, ਉਹ ਪੁਰਸ਼ ਆਪਣੇ ਸਰੂਪ ਦੀ ਪ੍ਰਾਪਤੀ ਲਈ ਕਿੱਥੇ ਹੱਥ ਪਾ ਸਕਦਾ ਹੈ। ਪਿਛਲੇ ਕੀਤੇ ਕਰਮਾਂ ਦਾ ਲਿਖਿਆ ਹੋਇਆ ਲੇਖ ਉਹ ਭੋਗੇ ਬਿਨਾ ਮਿਟਦਾ ਨਹੀਂ। ਪਿਛਲੇ ਕਰਮਾਂ ਦਾ ਲੇਖ ਹੈ ਪਿਆਰੇ, ਇਸੇ ਕਰਕੇ ਮਹਾਰਾਜ ਕਹਿੰਦੇ ਕਿ ਭਾਈ ਅਰਦਾਸ ਕਰਿਆ ਕਰ, ਨਾਨਕ ਨਾਮ ਮਿਲੈ ਵਡਿਆਈ, ਇਹਦੂ ਉੱਪਰ ਕਰਮ ਨਹੀਂ। ਮਾਰੇ ਤੇਰੇ ਨਾਮ ਦੀ ਵਡਿਆਈ ਮਿਲ ਜਾਏ, ਇਹ ਤੋਂ ਵੱਡਾ ਕੋਈ ਕਰਮ ਨਹੀਂ ਕਿ ਮੈਨੂੰ ਇਸ ਮਨੁੱਖਾ ਦੀ ਵੇਲੇ ਫਿਰ ਮਾਰੇ ਤੇਰਾ ਨਾਮ ਭੁੱਲ ਜੇ, ਵਿਕਾਰਾਂ ਵਾਲੇ ਪਾਸੇ ਚਲੇ ਜਾਵਾਂ। ਮੇਰੇ 'ਤੇ ਕਿਰਪਾ ਕਰੀ, ਮੈਨੂੰ ਕਰਮ ਮੇਰੇ ਕੋਲ ਇਹੋ ਜਿਹੇ ਕਰਾ ਲਈ ਜਿਹਦੇ ਕਰਕੇ ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੈ, ਨਾਮ ਨਾ ਵਿਸਰੈ। ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੈ, ਨਾਮ ਨਾ ਵਿਸਰੈ। ਮਹਾਰਾਜ ਇਹੋ ਜਿਹੀ ਕਿਰਪਾ ਕਰਦੇ। ਹਮ ਖਿਨ ਖਿਨ ਭੋਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਧਾਰਨਾ ਪੜ੍ਹਦੇ। ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰਾ ਬਖਸ਼ ਲੈ। ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰਾ ਬਖਸ਼ ਲੈ। ਧਾਰਨਾ ਪੜ੍ਹਦੇ, ਬੜੀਆਂ ਧਾਰਨਾ ਪੜ੍ਹਦੇ ਕਿ ਮਹਾਰਾਜ ਤੇ ਇੱਕ ਇੱਕ ਸੈਕਿੰਡ ਤੇ ਭੁੱਲਣਾ ਹਾਰਿਆ, ਤੂੰ ਬਖਸ਼ ਲੈ। ਇਸ ਕਰਕੇ ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ੀ। ਮੇਰੇ ਪੁਰਬਲੇ ਕਰਮ ਐਸੇ ਹੋ ਗਏ ਕਿ ਜਿਹੜੇ ਮੈਂ ਖੋਟੇ ਪਾਸੇ ਲੱਗ ਗਿਆ, ਹੁਣ ਹੀ ਕਿਰਪਾ ਕਰ ਦੇ ਮੈਨੂੰ ਕਿ ਮੈਂ ਤੇਰੇ ਨਾਲ ਜਾ ਕੇ ਮਿਲ ਜਾਵਾਂ। ਜਿਸ ਤਰ੍ਹਾਂ ਮਹਾਰਾਜ ਜੀ ਹੁਣੇ ਦੱਸ ਕੇ ਗਏ, ਕੀਤੇ ਹੋਏ ਕਰਮ ਕਦੇ ਮਿਟ ਨਹੀਂ ਸਕਦੇ। ਗੁਰੂ ਕਿਰਪਾ ਕਰਦੇ ਮਿਟ ਜਾਣ, ਨਹੀਂ ਤੇ ਨਹੀਂ। ਇਸ ਕਰਕੇ ਚੰਗੇ ਕਰਮ ਕਰਨੇ ਚਾਹੀਦੇ ਹੈ। ਜਿਹਨਾਂ ਸਤਿਗੁਰੂ ਮਿਲਿਆ ਉਹ ਫਿਰ ਕਿਸ ਤਰ੍ਹਾਂ ਮਿਟਣਗੇ? ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਮਿਲ ਪੈਣ, ਸੇ ਵੱਡ ਭਾਗੀ, ਵੱਡਿਆਂ ਭਾਗਾਂ ਵਾਲੇ ਹਨ। ਪੂਰਾ ਕਰਮ ਮਿਲਾਵਣਿਆ, ਉਹਨਾਂ ਦੇ ਪੂਰਬਲੇ ਕਰਮ ਕੀਤੇ ਕਿਤੇ ਮਹਾਰਾਜ ਦੇ ਚਰਨਾਂ ਲੱਗ ਜਾਣਾ, ਭਾਗ ਜਾਗ ਪੈਣੇ। ਇਹੋ ਸਭ ਮਿਲਾਉਣ ਵਾਲੇ ਪੂਰਿਆਂ ਗੁਰਾਂ ਦੀ ਕਿਰਪਾ ਨਾਲ ਪ੍ਰਭੂ ਦਾ ਮਿਲਾਪ ਹੁੰਦਾ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ। ਜੇ ਪੂਰਾ ਗੁਰੂ ਮਿਲ ਜਾਵੇ ਤਾਂ ਗੱਲ ਬਣਦੀ, ਜੇ ਪਖੰਡੀ ਮਿਲ ਜਾਵੇ ਤਾਂ ਰੋੜ ਕੇ ਲੈ ਜਾਂਦਾ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੁਰੇ ਜਾ ਰਹੇ ਸਨ, ਇੱਕ ਸੱਪ ਆਇਆ ਬੜਾ ਵੱਡਾ, ਸਿੱਖਾਂ 'ਚ ਰੌਲਾ ਪੈ ਗਿਆ, ਮਹਾਰਾਜ ਸੱਪ ਆ ਗਿਆ। ਕੱਲ੍ਹ ਮੀਰੀ ਪੀਰ ਦੇ ਮਾਲਕ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਗਮਨ ਪੁਰਬ ਮਨਾਇਆ ਨਾ ਆਪਾਂ, ਤੇ ਗੁਰੂ ਸਾਹਿਬ ਜੀ ਦੇ ਕੋਲ ਸਿੱਖਾਂ ਨੇ ਜਾ ਕੇ ਦੱਸਿਆ, ਮਹਾਰਾਜ ਸੱਪ ਬੜਾ ਤਗੜਾ। ਮਰ ਕਹਿੰਦੇ ਆ ਲੈਣ ਦਿਓ, ਅੱਗੇ ਆ ਲੈਣ। ਅੱਗੇ ਆਇਆ, ਪੈਰ ਦਾ ਅੰਗੂਠਾ ਸੁਹਾਇਆ, ਫਾੜ ਗਿਆ, ਵਿੱਚੋਂ ਬੜੇ ਕੀੜੇ ਨਿਕਲੇ, ਕਿਰਮ। ਸਿੱਖ ਕਹਿੰਦੇ ਮਹਾਰਾਜ ਇਹ ਕੀ? ਮਹਾਰਾਜ ਕਹਿੰਦੇ ਸੰਤ ਬ੍ਰਹਮ ਗਿਆਨੀ 108 ਘਵਾਉਂਦਾ ਸੀ ਆਪਣੇ ਆਪ। ਤੇ ਮਹਾਰਾਜ ਜਲ ਦਾ ਛੱਟਾ ਮਾਰਿਆ, ਦੀ ਰੂਹ ਨਿਕਲੀ। ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕੀਤੀ, ਆਪ ਜੀ ਨੇ ਧਾਰ ਮੇਰਾ ਕਰਤਾ, ਕੋਈ ਕਰਮ ਪ੍ਰਗਟ ਹੋ ਗਿਆ। ਕਹਿੰਦੇ ਮਹਾਰਾਜ ਆ ਕੀੜੇ, ਕਹਿੰਦੇ ਆਪ ਦੱਸੂ। ਕਹਿੰਦਾ ਮੈਂ ਸਾਂ ਬ੍ਰਹਮ ਗਿਆਨੀ, ਆਪਣੇ ਆਪ ਨੂੰ ਘਵਾਉਂਦਾ। ਜਿਸ ਤਰ੍ਹਾਂ ਹੁਣ ਕੋਈ ਕਹਿ ਦੇ ਕਿ ਅਸੀਂ ਸੱਚਾ ਸੌਦਾ ਨਾ ਰਖਾਣ ਦੇ ਨਾਲ ਸੱਚਾ ਸੌਦਾ ਨਹੀਂ ਹੋ ਜਾਣਾ। ਨਾ ਸੱਚਾ ਸੌਦਾ ਤੇ ਅੰਦਰ
ਨਿਰਾ ਕੂੜ ਭਰਿਆ। ਸੱਚਾ ਸੌਦਾ ਨਾ ਰਖਾਣ ਦੇ ਨਾਲ ਸੱਚਾ ਸੌਦਾ ਨਹੀਂ ਜੇ ਹੋ ਜਾਂਦਾ। ਕੋਈ ਆਪਣੇ ਆਪ ਨੂੰ ਨੂਰ ਦਾ ਮਹਿਲ ਕਹਾ ਲਵੇ, ਪਰ ਨੂਰ ਤਾਂ ਪਰਮੇਸ਼ਰ ਦਾ ਹੀ ਹੈ, ਮਹਲ ਤੇ ਸੱਚਖੰਡ ਹੀ ਹੈ। ਉਹ ਨੂਰ ਵਾਹਿਗੁਰੂ ਦਾ ਮਹਿਲ ਨਹੀਂ ਜੇ ਬਣ ਜਾਣਾ। ਤੇ ਜੇ ਕੋਈ ਕਹੇ ਕਿ ਮੈਂ ਰੱਬ ਦਾ ਪਿਆਰਾ ਬਣ ਜਾਣਾ, ਰੱਬ ਦਾ ਪਿਆਰਾ ਨਹੀਂ ਜੇ ਬਣਿਆ ਜਾਣਾ। ਰੱਬ ਦਾ ਪਿਆਰਾ ਤਾਂ ਹੀ ਬਣਿਆ ਜਾਣਾ ਜੇ ਗੁਰੂ ਦੀ ਕਿਰਪਾ ਹੋਵੇ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ ਉਹ ਕਹਿਣ ਲੱਗੀ ਰੂ, ਕਹਿੰਦੇ ਮਹਾਰਾਜ ਮੈਂ ਬ੍ਰਹਮ ਗਿਆਨੀ ਘੋਨਾ ਸਾਂ, ਬੜਾ ਵੱਡਾ ਡੇਰੇਦਾਰ ਸਾਂ, ਦੁਨੀਆ ਬੜੀ ਮੈਨੂੰ ਮੰਨਦੀ ਸੀ, ਬੜੀ ਪੂਜਦੀ ਸੀ। ਕਹਿੰਦੇ ਆ ਕੀੜੇ ਮਹਾਰਾਜ ਸਾਰੇ ਮੈਨੂੰ ਮੰਨਣ ਵਾਲੇ ਸਨ, ਮੇਰੇ ਚੇਲੇ ਬੇਲੇ ਮੇਰੇ ਵੱਲ ਕੋਈ ਉਂਗਲ ਚੁੱਕਦਾ ਇਹਦੀ ਧੂਣ ਵੱਢਣ ਤੱਕ ਜਾਂਦੇ ਸਨ। ਤੇ ਮੈਂ ਇਹਨਾਂ ਨੂੰ ਕਹਿਣਾ ਸਾਂ ਮੈਂ ਤੁਹਾਨੂੰ ਮੁਕਤ ਕਰਾ ਦੂੰ, ਮੁਕਤ। ਤੇ ਮਹਾਰਾਜ ਮੈਂ ਆਪ ਹੀ ਨਹੀਂ ਮੁਕਤ ਹੋਇਆ। ਇਹਨਾਂ ਨੇ ਕੀ ਮੁਕਤ? ਮੈਨੂੰ ਸੱਪ ਦੀ ਜੂਨੀ ਮਿਲੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਆਰ ਜਾਰੀ। ਵਾਹਿਗੁਰੂ ਦੇ ਜਿਹੜਾ ਸਿਮਰਨ ਹੀ ਕਰਦਾ, ਸੱਪ ਦੀ ਜੂਨੀ ਸਭ ਤੋਂ ਭੈੜੀ ਜੂਨੀ ਮਿਲਦੀ। ਮਹਾਰਾਜ ਮੈਨੂੰ ਸੱਪ ਦੀ ਜੂਨੀ ਮਿਲੀ। ਤੇ ਰੂਹਾਂ ਮੇਰੇ ਮਗਰ ਹੈ ਵੀ ਸਾਨੂੰ ਮੁਕਤ ਕਰ। ਮੇਰੇ ਕੀੜੇ ਬਣ ਕੇ ਮੈਨੂੰ ਖਾਂਦੇ ਸਨ। ਤਕਲੀਫ ਮਹਾਰਾਜ ਆਪ ਨੇ ਕਿਰਪਾ ਕੀਤੀ, ਮੇਰਾ ਉਧਾਰ ਕਰਤਾ। ਇਹਨਾਂ ਦਾ ਵੀ ਉਧਾਰ ਕਰਦੇ, ਮੇਰੇ ਮਾਲਕ ਐਸੇ ਹਨ। ਸੋ ਇਸ ਕਰਕੇ ਇਹੋ ਜਿਹਾ ਕਰਮ ਕਰੀਏ ਕਿ ਜਿਹਦੇ ਨਾਲ ਸਾਡਾ ਉਧਾਰ ਹੋ ਜਾਵੇ। ਮਹਾਰਾਜ ਆਪ ਜਿਹਨੇ ਸਤਿਗੁਰ ਮਿਲਿਆ ਸੇ ਵਡ ਭਾਗੀ। ਉਹ ਵੱਡਿਆਂ ਭਾਗਾਂ ਵਾਲੇ ਜਿਹਨਾਂ ਨੂੰ ਪੂਰਾ ਗੁਰੂ ਮਿਲ ਗਿਆ, ਪੂਰਾ ਕਰਮ ਮਿਲਾਵਣਿਆ। ਪੂਰਿਆਂ ਗੁਰਾਂ ਦੀ ਕਿਰਪਾ ਨਾਲ ਹੀ ਪ੍ਰਭੂ ਦਾ ਮਿਲਾਪ ਹੁੰਦਾ ਹੈ। ਪਰ ਉਹ ਜਦੋਂ ਪੂਰਾ ਗੁਰੂ ਮਿਲ ਜਾਵੇ, ਜਿਹੜੇ ਜੀਵ ਰੂਪੀ ਇਸਤਰੀ ਮਾਤ ਲੋਕ ਰੂਪੀ ਪਈ ਜਿਹੜਾ ਪੇਕੇ ਘਰ ਦੇ ਕਾਰਨ ਅਵਿਦਿਆ ਰੂਪੀ ਨੀਂਦ ਵਿੱਚ ਰਾਤ ਦਿਨ ਸੁੱਤੀ ਪਈ ਹੈ ਨਾ ਜੀਵ। ਆ ਪੇਕੇ ਸਾਡੇ ਪੇਕੇ ਇਹੋ ਸੰਸਾਰ ਹੈ। ਤਹੀਂ ਅਵੇਸਲੇ ਹੋ ਕੇ ਸੁੱਤੇ, ਨਾਮ ਨਹੀਂ ਜਪਦੇ। ਜਿਸ ਨੇ ਗੁਰਮੁਖ ਰੂਪੀ ਸਖੀਆਂ ਪਾਸੋਂ ਪਤੀ ਪਰਮੇਸ਼ਰ ਵਾਹਿਗੁਰੂ ਦੇ ਮਿਲਾਪ ਲਈ ਸ਼ੁਭ ਗੁਣਾਂ ਨੂੰ ਨਹੀਂ ਧਾਰਨ ਕੀਤਾ, ਉਹ ਕਾਮ ਆਦਿਕ ਅਵਗੁਣ ਅਵਗੁਣਾ ਕਰਕੇ ਮੁੱਤੀ ਲੁੱਟੀ ਹੋਈ ਹੈ। ਕੰਤ ਪਤੀ ਪਰਮੇਸ਼ਰ ਨੂੰ ਨਹੀਂ ਪਾ ਸਕੀ, ਪਤੀ ਪਰਮੇਸ਼ਰ ਭੁਲਾ ਦਿੱਤਾ ਹੈ। ਵੇਈ ਅੜੈ ਧਨ ਅਣਦਿਨ ਸੁੱਤੀ, ਕੰਤ ਵਿਸਾਰੀ ਅਵਗੁਣ ਮੁੱਤੀ। ਸਮਝ ਲਓ ਲੁੱਟੀ ਗਈ ਇਹ ਜੀਵ ਆਤਮਾ ਜਿਹਨੇ ਰੱਬ ਦਾ ਨਾਮ ਨਹੀਂ ਬੰਦਗੀ ਨਹੀਂ ਕੀਤੀ। ਜਿਸ ਕਰਕੇ ਉਹ ਦਿਨ ਰਾਤ ਸਦਾ ਹੀ ਵਿਰਲਾਪ ਕਰਦੀ ਫਿਰਦੀ ਹੈ, ਕਿਉਂਕਿ ਉਹ ਬਿਨਾਂ ਪਤੀ ਪ੍ਰਭੂ ਦੀ ਪ੍ਰਾਪਤੀ ਤੋਂ ਕਦੇ ਵੀ ਸਮਾਧੀ ਰੂਪ ਸ਼ਾਂਤੀ ਦੀ ਰੂਪ ਨਹੀਂ ਧਾਰਨ ਕਰ ਸਕਦੇ। ਉਹਨੂੰ ਕਦੇ ਸ਼ਾਂਤੀ ਆ ਸਕਦੀ ਹੀ ਨਹੀਂ, ਕਿਉਂਕਿ ਉਹਨੇ ਪਤੀ ਪਰਮੇਸ਼ਰ ਨੂੰ ਨਹੀਂ ਪਾਇਆ। ਉਹਨੂੰ ਸੁੱਖ ਦਾ ਨੀਂਦ, ਸੁੱਖ ਦਾ ਸਾਹ ਕਿੱਥੋਂ ਆ ਜਾਊਗਾ? ਸੋ ਜਿਸ ਨੇ ਸੰਸਾਰ ਰੂਪੀ ਪੇਕੇ ਘਰ ਵਿੱਚ ਸੁੱਖਾਂ ਦੇ ਦਾਤੇ ਪਰਮੇਸ਼ਰ ਨੂੰ ਜਾਣ ਲਿਆ ਹੈ, ਉਸ ਨੇ ਗੁਰਾਂ ਦੇ ਸ਼ਬਦ ਦੁਆਰਾ ਹਉਮੈ ਨੂੰ ਮਾਰ ਕੇ ਪਰਮੇਸ਼ਰ ਨੂੰ ਪਛਾਣ ਲਿਆ ਹੈ। ਜੀਵ ਰੂਪੀ ਇਸਤਰੀ ਨੇ ਮਾਤ ਲੋਕ ਰੂਪੀ ਪੇਕੇ ਘਰ ਵਿੱਚ ਰਹਿੰਦਿਆਂ ਗੁਰ ਸ਼ਬਦ ਦੀ ਕਮਾਈ ਕਰਕੇ ਹੰਗਤਾ ਮਮਤਾ ਨੂੰ ਮਾਰ ਲਿਆ ਹੈ। ਉਸ ਨੇ ਸੁਖ ਦਾਤਾ ਸੁੱਖਾਂ ਦੇ ਦਾਤੇ ਪਰਮੇਸ਼ਰ ਨੂੰ ਜਾਣ ਲਿਆ ਹੈ। ਹਉਮੈ ਨੂੰ ਮਾਰ ਕੇ ਸੁੱਖਾਂ ਦੀ ਸੇਜ ਵਿਛਾ ਲਈ ਹੈ।
ਸੁੱਖਾਂ ਦਾ ਘਰ ਬਣਾ ਲਿਆ ਹੈ ਤੇ ਸੱਚਖੰਡ ਦੀ ਵਾਸੀ ਬਣ ਗਈ ਹੈ। ਕੋਈ ਮਰ ਜੇ ਘੜੇ ਦਾ ਸ਼ਰਾਬ ਘੜਾ ਇੱਕ ਪੀ ਕੇ ਮਾੜੇ ਕਰਮ ਕਰਦਾ, ਜੇ ਉਹਦੀ ਫੋਟੋ ਤੇ ਲਿਖ ਦਈਏ ਸੱਚਖੰਡ ਵਾਸੀ ਸਵਰਗ ਵਾਸੀ, ਉਹ ਸਵਰਗ ਵਾਸੀ ਨਾ ਸੱਚਖੰਡ ਵਾਸੀ ਨਹੀਂ ਬਣ ਸਕਦਾ। ਜਿਹਨੇ ਸਾਰੀ ਉਮਰ ਲੋਕਾਂ ਨੂੰ ਠੱਗਦਾ ਰਿਹਾ, ਠੱਗੀਆਂ ਮਾਰਦਾ ਰਿਹਾ, ਬੇਈਮਾਨੀਆਂ ਕਰਦਾ ਰਿਹਾ, ਮਰਨ ਤੋਂ ਬਾਅਦ ਅਸੀਂ ਲਿਖ ਦਿੰਦੇ ਹਾਂ ਸੱਚਖੰਡ ਵਾਸੀ, ਉਹ ਸੱਚਖੰਡ ਵਾਸੀ ਨਹੀਂ ਜੇ ਬਣ ਸਕਦਾ। ਸੱਚਖੰਡ ਵਾਸੀ ਉਹਨੇ ਬਣਨਾ ਜਿਹਨੇ ਗੁਰੂ ਦੀ ਬਾਣੀ ਪੜ੍ਹੀ ਹੈ, ਗੁਰੂ ਦਾ ਭਉ ਹਿਰਦੇ ਧਾਰਨ ਕੀਤਾ ਹੈ, ਪ੍ਰੇਮਾ ਭਗਤੀ ਨੂੰ ਧਾਰਨ ਕੀਤਾ ਹੈ। ਉਹਦੀ ਅੰਤ ਹੈ ਕਨ ਰੂਪੀ ਸੇਜਾ ਸੋਭਨੀਕ ਹੈ। ਉਹ ਸਦਾ ਹੀ ਹਮੇਸ਼ਾ ਹੀ ਪਰਮੇਸ਼ਰ ਵਾਹਿਗੁਰੂ ਦੇ ਆਨੰਦ ਵਿੱਚ ਰਚੇ ਰਹਿੰਦੇ ਹਨ, ਕਿਉਂਕਿ ਉਸਦਾ ਸੱਚੇ ਨਾਮ ਦਾ ਸ਼ਿੰਗਾਰ ਕੀਤਾ ਹੋਇਆ ਹੈ, ਸਾਧਨਾ ਰੂਪੀ ਸ਼ਿੰਗਾਰ ਬਣਾਇਆ ਹੋਇਆ ਹੈ। ਸੋ ਉਸਨੇ ਜਦੋਂ ਐਸਾ ਸ਼ਿੰਗਾਰ ਬਣਾਇਆ ਤਾਂ ਉਹਦਾ ਜਨਮ ਸਫਲਾ ਹੋ ਗਿਆ। ਅਰਥਾਤ ਜਿਹੜੀ ਜੀਵ ਰੂਪ ਇਸਤਰੀ ਨੇ ਪਤੀ ਪਰਮੇਸ਼ਰ ਨਾਲ ਅਭੇਦਤਾ ਪ੍ਰਾਪਤ ਕਰ ਲਈ ਹੈ, ਉਹ ਸਦਾ ਹੀ ਸੇਜ ਸੁਹਾਵੀ ਸਦਾ ਪਿਰਾਵੇ ਸੱਚ ਸ਼ਿੰਗਾਰ ਬਣਾਇਆ। ਜਿਹੜੇ ਪਰਮੇਸ਼ਰ ਨਾਲ ਰਚੇ ਗਏ ਹਨ ਨਾ, ਉਹਨਾਂ ਸ਼ਿੰਗਾਰ ਕਿਹੜਾ ਕੀਤਾ? ਜਿਸ ਤਰ੍ਹਾਂ ਦੁਨਿਆਵੀ ਗੱਲ ਕਰੀਏ, ਪਤਨੀ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਬੜੇ ਸਰੀਰ 'ਤੇ ਸ਼ਿੰਗਾਰ ਕਰਦੀ ਹੈ, ਇਸ ਤਰ੍ਹਾਂ ਹੀ ਆਪਾਂ ਸਾਰੀਆਂ ਵਾਹਿਗੁਰੂ ਦੀਆਂ ਇਸਤਰੀਆਂ ਹਾਂ, ਪਤਨੀਆਂ ਹਾਂ, ਅਤੇ ਆਪਾਂ ਕਿਹੜਾ ਸ਼ਿੰਗਾਰ ਕਰਨਾ? ਮਾਰ ਕਹਿੰਦੇ ਕਿਹੜਾ ਸ਼ਿੰਗਾਰ ਕਰੇਗਾ ਪਿਆਰਿਆ? ਸੰਸਾਰ 'ਤੇ ਦੂਜਾ ਸ਼ਿੰਗਾਰ ਕਹਿੰਦੇ ਤੇ ਮਾਰੇ ਗੁਰੂ ਅਰਜਨ ਦੇ ਮਾਰੇ ਕਹਿੰਦੇ ਸਰਬ ਸਿਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਕੰਤ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਆੜੇ ਦੁਨੀਆ ਦੇ ਸ਼ਿੰਗਾਰ ਝੂਠੇ ਹੈ। ਹੁਣ ਤੇ ਹੋਰ ਨਵੇਂ ਸ਼ਿੰਗਾਰ ਬਣ ਗਏ ਹੈ। ਬੱਚੀ ਦਾ ਵਿਆਹ ਰੱਖ ਲਈਏ, ਬਿਊਟੀ ਪਾਰਲਰਾਂ ਕੋ 50-50 ਹਜ਼ਾਰ ਰੁਪਈਆ ਦੇ ਕੇ ਆਉਂਦੀਆਂ। ਇਹ ਸ਼ਿੰਗਾਰ ਨਹੀਂ ਕਿ ਸਾਡੀ ਬੇਬੇ ਦਾ ਵਿਆਹ ਨਹੀਂ ਹੋਇਆ, ਸਾਡੀਆਂ ਭੈਣਾਂ ਦਾ ਵਿਆਹ ਨਹੀਂ ਹੋਇਆ, ਉਹ ਬਿਊਟੀ ਪਾਰਲਰਾਂ ਕੋ ਜਾਂਦੇ ਸਨ। ਨਹੀਂ, ਬਿਲਕੁਲ ਸਾਦੇ। ਜਿੰਨਾ ਸਾਦਾ ਰਹੋਗੇ ਉਹਨਾਂ ਚੜ੍ਹਦੀ ਕਲਾ ਹੋਏਗੀ, ਜੀਵਨ ਸਾਦਾ ਅਪਣਾਏਗਾ। ਅਤੇ ਜਿੰਨਾ ਤੁਸੀਂ ਜਾ ਕੇ ਬਿਊਟੀ ਪਾਰਲਰਾਂ ਕੋ ਪੈਸੇ ਬਰਬਾਦ ਕਰੋਗੇ ਜਾਂ ਰੋਮਾਂ ਦੀ ਬੇਦਬੀ ਕਰੋਗੇ, ਕਿਉਂਕਿ ਮਹਾਰਾਜ ਨਹੀਂ ਕਹਿੰਦਾ ਰੋਮਾਂ ਦੀ ਬੇਦਬੀ ਕਰੋ, ਮਹਾਰਾਜ ਨਹੀਂ ਕਹਿੰਦਾ। ਸੋ ਗੁਰਮੁਖ ਪਿਆਰੇ ਮਾਰਗ ਨੇ ਸ਼ਿੰਗਾਰ ਕਰਨਾ ਕਿਹੜਾ ਹੈ? ਇਹ ਸ਼ਿੰਗਾਰ ਝੂਠਿਆ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ, ਇਹ ਤਾਂ ਨਾਸਵੰਤ ਹੈ। तुम्हारे श्रृंगार कादा करना? हमारे कहते सतनाम वाहेगुरु। सच श्रृंगार बनावणिया, सच्चा श्रृंगार इहो ही है कि नाम दे रंग विच रंगिया जा, नाम दे विच तू गड़ोच हो जाए। तेरा पंजाबी दा अर्थ है गड़ोच के ऐन भिज जा, ते इहो जिहा रस तेरे अंदर चोवे कि सब तेरे वाली भजे आउण। जिस वाहिगुरु परमेश्वर ने 84 लाख जीव पैदा किए हैं। हिंदू मत के ग्रंथ कहते हैं 30 लाख दरख्तों की गिनती है, 27 लाख अंडज खानी आंडिया तो पैदा होने वाले हैं, 14 लाख धरती ते रेंगण वाले कीड़े मकोड़े सप हैं, 9 लाख जल के जीव हैं, 4 लाख भूत प्रेत किन्नर गंधर्व, 33 करोड़ देवता, 9 करोड़ देवियाँ, क्योंकि भी जूना दे विच हन। महाराज दी बाणी भी कहती ने एक शिव भये एक गए देवते है ना, कहते एक शिव जी आया एक मर गया, एक शिव भये गए एक फिर भये। रामचंद्र कृष्ण के अवतार भी अनेक हैं, ब्रह्मा और विष्णु के ते वेद और पुराण के ते सिमरत समूहन कह होए होए बताए हैं, मोहन दी मुदार के ते अश्विनी कुमार के ते हंसा अवतार के ते। इतने लखां की गल की, मर करोड़ों की केते मैंने करोड़े अश्विनी कुमार के ते काल बस पे हैं, मर गए जम गए मर गए। सो सच्चे पातशाह गुरु गरीब नवाज मेहरां दे दाते
ਇਸ ਦੇਹੀ ਕੋ ਸਿਮਰਹਿ ਦੇਵ। ਦੇਵਤੇ ਵੀ ਕਹਿੰਦੇ ਮਹਾਰਾਜ ਸਾਨੂੰ ਦੇਹੀ ਮਿਲੇ। ਉਹ 4 ਲੱਖ ਭੂਤ ਪ੍ਰੇਤ ਕਿੰਨਰ ਗੰਧਰਵ 33 ਕਰੋੜ ਦੇਵਤਾ 9 ਕਰੋੜ ਦੇਵੀਆਂ 4 ਪਾਏ ਪਸ਼ੂ ਫਿਰ ਕਿਤੇ ਜਾ ਕੇ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ। ਇਹ 84 ਲੱਖ ਜੂਨਾਂ ਗਿਣੀਆਂ ਗਈਆਂ ਜੋ ਹਿੰਦੂ ਮਤ ਦੇ ਗ੍ਰੰਥਾਂ ਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਵੀ ਆਉਂਦਾ ਹੈ, ਕਤ ਕੀ ਮਾਈ ਬਾਪ ਕਤ ਕੇਰਾ ਕਿੱਧੂ ਥਾਵੋ ਹਮ ਆਏ। ਕਿਹੜੀ ਕਿਹੜੀ ਜਗ੍ਹਾ 'ਚੋਂ ਅਸੀਂ ਨਿਕਲ ਕੇ ਆਏ ਹਾਂ। केते रुख बिरख हम चीने, बड़े बड़े रुख ਵੱਡੇ ਵੱਡੇ। ਅੱਜ ਤਰ੍ਹਾਂ ਆਪਣੇ ਗੁਰਦੁਆਰੇ ਸਾਹਿਬ ਵੀ ਪਤਾ ਨਹੀਂ ਕਿੰਨੇ 100 ਸਾਲ ਪੁਰਾਣਾ ਬੋਹੜ ਖਲੋਤਾ, ਜਿਨ੍ਹਾਂ ਦੀ ਉਮਰਾਂ ਹੀ ਹਜ਼ਾਰਾਂ ਸਾਲ ਹੁੰਦੀ ਹੈ। केते रुख बिरख हम चीने, केते पशु पाए, केते नाग कुली में आए, धरती ਦੇ रेंगण वाले कीड़े मकोड़े सप, केते नाग कुली में, केते पंख उड़ाए पंछियां ਦੀ ਜੂਨਾ। महाराज तो करोड़ां ही जूना कह रहे हैं, केते ना मैं करोड़ां ही, पता नहीं किन्नियां जूना भटकते हैं। केते नाग कुली में, मेरे साहिब आ कौन जाना गुण तेरे, कहीं ना जानी अवगुण मेरे। महाराज कौन कह सकता है। इस करके सच्चे पातशाह गुरु गरीब ने 184 जीव पाए, जिसनों नदर करे तिस गुरु मिलाए। महाराज ये जीव पैदा किते जिते तेरी नज़र हो जाए, भावें तेरी नज़र किसी सुके दरख्त पर पै जाए भी हरिया हो जाता है। तेरी नज़र पै जाए कि आ दरख्त का पार उतारा करना है, धरती के रेंगण वाले कीड़े का पार उतारा करना है, बाबा नानका महाराज तू उन्होंने भी पार कर देना। तेरी दैंतां की निगाह पै जाए, दैंत भी देवते बन जाते हैं। दैंतां का विधार करके महाराज अपने संभाल लेना है। सो महाराज गुरु गरीब नवाज कहते गुरमुख जन गुरां द्वारा पापां नूं कट के हमेशा वास्ते उजल जीवन वाला कर देंदे हन। फिर सच्चे नाम द्वारा सच्ची दरगाह विच उन्हां नूं जो है आसन बख्श देंदे हन, वो दरगाह विच सोभनीक हुंदे हन। जिस लिए परमेश्वर की कृपा नाल छुटकारा होंदा है, अपने कर्मां नाल नहीं। क्योंकि जेकर परमेश्वर कीते हुए कर्मां दा लेखा हिसाब किताब मंगेगा तां तद किन किस पासों दिता जाएगा, पर जीव नूं आप ही लेखा देना पवेगा। फिर वन फिर दूए द्वैत दूजी माया ते तीए 3 गुणा, द्वै 2 राग द्वैख ते तीए 3 प्रकार दी सुत बित लोक ईखना वासना वजह किसी प्रकार का सुख नहीं है। सो किस तरीके नाल असी कह सकते हाँ इस विच कोई सुख सानू प्राप्त नहीं। जिन्हां नूं सच्चे वाहिगुरू ने कृपा करके अपने आप ही बख्श लेना कीता, अपने नाम की दात बख्श करके बख्श लेना कीता है। उन्हां नूं आप ही नाम की बख्शिश करके निज स्वरूप का आनंद दे के अपने स्वरूप विच मिला लिया है। प्रभु आप ही ब्रह्मा आदि नूं पैदा करके फिर संसार नूं पैदा करता है, ते आप ही फल देने वाला करा के आप ही फल देने वाला करता है। आप ही अधिकारी पैदा करके पूरे गुरां दा शब्द उपदेश ब्रह्म ज्ञान दे के अपने नाल मेल लैंदा है। आप करे आप महाराज करता है, तय आप कराए महाराज सब को आप करा रहा है। आप ही महाराज ने संसार विच ब्रह्म ज्ञानी पैदा किए, दोनों को आप ही कृपा करके नाम जपाया है। पूरे गुर कै शब्द मिलाए। सो उन्होंने को आप ही हमारे पूरे गुरु का जो जस करा के अपने विच मिला लेंदा है।
ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਪਰਮੇਸ਼ਰ ਦੀ ਕਿਰਪਾ ਕਰਕੇ ਗੁਰਾਂ ਦੁਆਰਾ ਨਾਮ ਪ੍ਰਾਪਤ ਕਰਕੇ ਸਰੂਪ ਦੀ ਪ੍ਰਾਪਤੀ, ਰੂਪ ਵਡਿਆਈ, ਸੋਭਾ ਮਿਲਦੀ ਹੈ ਅਤੇ ਉਹ ਪਰਮੇਸ਼ਰ ਆਪ ਹੀ ਆਪਣੇ ਸਰੂਪ ਦੇ ਮੇਲ ਵਿੱਚ ਆਪਣੇ ਸਰੂਪ ਦੇ ਵਿੱਚ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਆਪਣੇ ਵਿੱਚ ਮਿਲਾ ਲੈਂਦੇ ਹਨ, ਆਪਣੇ ਵਿੱਚ ਭੇਦ ਕਰ ਦਿੰਦੇ ਹਨ। ਜਿਸ ਤਰ੍ਹਾਂ ਦੁੱਧ ਦੇ ਵਿੱਚ ਪਾਣੀ ਪਾ ਦਈਏ ਪਤਾ ਨਹੀਂ ਨਾ ਲੱਗਦਾ, ਸੋ ਇਸੇ ਤਰੀਕੇ ਨਾਲ ਪਰਮੇਸ਼ਰ ਆਪਣੇ ਵਿੱਚ ਮਿਲ ਲੈਂਦਾ ਹੈ। ਜਿਸ ਤਰੀਕੇ ਨਾਲ ਸਾਰੀਆਂ ਨਦੀਆਂ, ਨਾਲੇ, ਟੋਭੇ ਸਮੁੰਦਰ ਵਿੱਚ ਜਾ ਕੇ ਰਲ ਜਾਂਦੇ ਹਨ, ਸੋ ਗੁਰਮੁਖ ਪਿਆਰੇ ਮੁੜ ਕੇ ਨਦੀਆਂ, ਨਾਲੇ, ਟੋਭੇ, ਦਰਿਆ ਨਹੀਂ ਰਹਿੰਦੇ, ਉਹ ਸਮੁੰਦਰ ਹੀ ਕਲਹਾਉਂਦੇ ਹਨ। ਇਸ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਹੈ, ਜਿਹੜਾ ਨਾਮ ਜਪ ਕੇ ਵਾਹਿਗੁਰੂ ਜੀ ਮਿਲ ਜਾਂਦਾ ਹੈ, ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਸੋ ਸੱਚੇ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਮਿਹਰ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਿਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਭਰੀਆਂ, ਸ਼ਬਦੋ ਤਗਾਵ ਹਰੀ ਕੇਰਾ, ਕਹਿ ਨਾਨਕ ਆਨੰਦ ਹੋਆ, ਏ ਮਨ ਮੇਰਿਆ, ਹਰ ਨਾਲ ਰਹੋ ਤੂੰ ਮਨ ਮੇਰੇ, ਅੰਗੀਕਾਰ ਹੋ ਕਰੇ ਤੇਰਾ, ਸਭਨਾ ਗਲਾ ਸਮਰੱਥ ਸੁਆਮੀ, ਕਹਿ ਨਾਨਕ ਮਨ ਮੇਰੇ, ਸਾਚੇ ਸਾਹਿਬਾ, ਕਰਤਾ ਤੇਰਾ ਸਭ ਕੁਛ ਹੈ, ਸਦਾ ਸਿਫਤ ਸਲਾਹ ਤੇਰੀ, ਨਾਮ ਜਿਨ ਕੈ ਮਨ ਵਸਿਆ, ਕਹਿ ਨਾਨਕ ਸੱਚੇ ਸਾਹਿਬ, ਸਾਚ ਨਾਮ ਆਧਾਰ ਮੇਰਾ ਜਨ, ਕਰ ਸਾਂਤ ਸੁਖ ਮਨ ਆਏ ਵਸਿਆ ਜਨ, ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਕਹਿ ਨਾਨਕ ਸੁਣ ਸੰਤੋ, ਪੰਚ ਸ਼ਬਦ ਤਿਤ ਘਰ ਸੁਭਾਗੈ, ਪੰਚ ਦੂਤ ਤਦ ਵਸ ਕੀਤੇ, ਤੁਰ ਕਰਮ ਪਾਇਆ ਤੋ ਜਨ ਕੋ ਸੇ, ਕਹਿ ਨਾਨਕ ਤਹ ਸੁਖ ਹੋਆ, ਅਨੰਦ ਸੁਨਹੁ ਵੱਡ ਭਾਗੀ ਹੋ, ਪਾਰ ਬ੍ਰਹਮ ਪ੍ਰਪਾਇਆ, ਦੁਖ ਰੋਗ ਸੰਤਾਪ ਉਤਰੇ, ਸੰਤ ਸਾਜਨ ਭੈ ਸਰਸੇ, ਸੁਣਤੇ ਪੁਨਿਤ ਕਹਤੇ ਪਵਿੱਤ, ਬਿਨਵੰਤ ਨਾਨਕ ਗੁਰ ਚਾਰਨ ਲਾਗੇ, ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ, ਕਰਮੀ ਆਪੋ ਆਪਣੀ, ਜਿਨੇ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਬੋਲੋ ਵਾਹਿਗੁਰੂ ਜੀ ਕਾ ਖਾਲਸਾ। ਤੁਧ ਆਗੇ ਹਰ